Welcome everyone, I'm Japneet, and in this video we are going to discuss about four main factors which we have to consider when we are writing task 2. ਜਿਹੜੇ ਇਹ ਚਾਰ ਫੈਕਟਰਸ ਨੇ ਇਹ ਜੇ ਆਪਾਂ ਫੋਲੋ ਕਰ ਲਏ ਤਾਂ ਆਪਣੇ ਜਿਹੜੇ ਸਕੋਰ ਹੈਗੇ 7.58 ਤੱਕ ਕਰਾ ਸਕਦੇ ਆ ਰਾਈਟਿੰਗ ਦੇ ਵਿੱਚ। ਸਪੈਸ਼ਲੀ ਮੈਂ ਟਾਸਕ 2 ਦੀ ਗੱਲ ਕਰ ਰਿਹਾ ਹਾਂ ਤੇ ਇਹ ਜਿਹੜੇ ਚਾਰ ਮੇਨ ਫੈਕਟਰਸ ਨੇ, these four main factors, what are those? ਇਹ ਕਿਹੜੇ ਕਿਹੜੇ ਨੇ? ਫਸਟ ਆਫ ਆਲ ਇਹਨਾਂ ਨੂੰ ਜੇ ਆਪਾਂ ਫੋਲੋ ਕਰਾਂਗੇ ਫਿਰ ਹੀ ਬੈਂਡ ਸਕੋਰ ਆਊਗਾ, ਠੀਕ ਹੈ। ਸੋ ਆਪਾਂ ਜਿਹੜਾ ਫਸਟ ਹੈਗਾ ਫੈਕਟਰ ਉਹਦੀ ਗੱਲ ਕੀ, ਇਹ ਸਾਰੇ ਕੀ 25% ਵੇਟੇਜ ਰੱਖਦੇ ਹੈਗੇ, ਠੀਕ ਹੈ, ਆਪਣੇ ਟਾਸਕ 2 ਦੇ ਵਿੱਚ। ਕਾਫੀਆਂ ਨੂੰ ਪਤਾ ਹੋਊਗੀ ਇਹ ਚੀਜ਼, ਬਟ ਕਾਫੀਆਂ ਨੂੰ ਨਹੀਂ ਪਤਾ ਹੈਗੀ, ਠੀਕ ਹੈ। ਸਮ ਪੀਪਲ ਨੋ ਦਿਸ ਐਂਡ ਸਮ ਡੋਂਟ। ਸੋ ਹੇਅਰ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਥੀਸ ਫੋਰ ਥਿੰਗਸ। ਫਸਟ ਇਜ਼ ਟਾਸਕ ਅਚੀਵਮੈਂਟ। ਹੁਣ ਟਾਸਕ ਅਚੀਵਮੈਂਟ ਕੀ ਹੁੰਦਾ ਹੈਗਾ? ਮੈਂ ਤੁਹਾਨੂੰ ਕੋਈ ਕੁਐਸਚਨ ਪੁੱਛ ਰਿਹਾ ਹੈਗਾ, ਠੀਕ ਹੈ, ਤੇ ਤੁਸੀਂ ਉਹਦਾ ਜਵਾਬ ਕਿੰਨਾ ਕੁ ਦਿੰਦੇ ਹੋਗੇ। ਮਤਲਬ ਬੇਸਿਕ ਦੇ ਵਿੱਚ ਮੈਂ ਸਿੰਪਲੀ ਆਪਾਂ ਗੱਲ ਦੱਸਣੀ, ਠੀਕ ਹੈ, ਮੈਂ ਉਹ ਗੱਲ ਦੱਸ ਰਿਹਾ ਜੇ ਆਪਾਂ ਸਿੰਪਲੀ ਇਹਨੂੰ ਐਕਸਪਲੇਨ ਕਰਨਾ ਹੋਵੇ ਤਾਂ ਉਹ ਕੀ ਚੀਜ਼ ਹੈ, ਠੀਕ ਹੈ। ਫਸਟ ਆਫ ਆਲ ਮੈਂ ਤੁਹਾਨੂੰ ਜਿਵੇਂ ਟਾਸਕ ਪੁੱਛੇਗਾ, ਠੀਕ ਹੈ, ਅੱਜ ਕੱਲ੍ਹ CCTV ਕੈਮਰਾਸ ਬਹੁਤ ਜ਼ਿਆਦਾ ਯੂਜ਼ ਹੋ ਰਹੇ ਆ, ਠੀਕ ਹੈ, ਤਾਂ ਉਹਦੇ ਰੀਜ਼ਨਸ ਦੱਸੋ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਹੈ ਜਾਂ ਗਲਤ ਹੈ। ਫੋਰ ਐਗਜ਼ਾਮਪਲ ਮੈਂ ਵੈਸੇ ਟਾਸਕ 2 ਜਸਟ ਡਮੀ ਐਗਜ਼ਾਮਪਲ ਲੱਤੀ ਹੈ, ਠੀਕ ਹੈ, ਤਾਂ ਰੀਜ਼ਨਸ ਤਾਂ ਤੁਸੀਂ ਦੱਸਦੇ, ਬਟ ਜਿਹੜਾ ਅਗਲਾ ਕੁਐਸਚਨ ਹੈਗਾ ਵੀ ਤੁਹਾਨੂੰ ਕੀ ਲੱਗਦਾ ਕਿਉਂ, ਠੀਕ ਹੈ, ਜਾਂ ਕਾਹਤੋਂ, ਤੇ ਉਹਦਾ ਆਨਸਰ ਵੀ ਦੇਣਾ ਜ਼ਰੂਰੀ ਹੈ। ਮਤਲਬ ਓਕੇ, ਵਟ ਐਵਰ they have asked, you have to answer those those things, those questions. So we have to okay, first of all ਜਿਹੜਾ ਸਟਰਕਚਰ ਹੈਗਾ ਪ੍ਰੋਪਰ ਆਪਾਂ ਉਹਨੂੰ ਫੋਲੋ ਕਰਨਾ ਪੈਂਦਾ ਪਹਿਲਾਂ, ਫਿਰ ਹੀ ਜਿਹੜੇ ਆਪਣੇ ਆਈਡੀਆਜ਼ ਹੈ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਆ ਆਪਣੇ ਜਿਹੜਾ ਆਨਸਰ ਹੈ ਜਿਹੜੀ ਚੀਜ਼ ਪੁੱਛੀ ਆਪਾਂ ਫਿਰ ਹੀ ਦੱਸਾਂਗੇ ਤੇ ਉਸੇ ਤੇ ਹੀ ਰਹਿਣਾ ਗਾ, ਆਫ ਟੋਪਿਕ ਨਹੀਂ ਹੋਣਾ ਗਾ, ਠੀਕ ਹੈ। ਐਂਡ ਵਨ ਮੋਰ ਥਿੰਗ ਬੋਨਸ ਪੁਆਇੰਟ ਹੈਗਾ, ਕੋਈ ਵੀ ਲਾਈਨ ਆਪਾਂ ਦਿਸ ਦੈਟ ਹੈ ਨਾ ਇਹਨਾਂ ਤੋਂ ਨਹੀਂ ਸਟਾਰਟ ਕਰਨੇਗੇ, ਠੀਕ ਹੈ। ਸੋ ਦਿਸ ਇਜ਼ ਦਾ ਫਸਟ ਪੁਆਇੰਟ। ਮੈਂ ਅੱਗੇ ਵੀ ਦੱਸੂੰਗਾ ਜੇ ਕੁਛ ਹੋਰ ਇਹਦੇ ਵਿੱਚ ਰਹਿੰਦਾ ਹੋਇਆ ਤਾਂ, ਠੀਕ ਹੈ। ਤਾਂ ਸੈਕਿੰਡ ਪੁਆਇੰਟ ਇਜ਼ ਉਹ ਕੀ ਆਪਣਾ ਕੋਹਰੈਂਸ ਐਂਡ ਕੋਹੈਜ਼ਨ। ਕੋਹਰੈਂਸ ਐਂਡ ਕੋਹੈਜ਼ਨ ਮੀਨਸ ਮੈਂ ਗੱਲ ਕਰਾਂ, ਠੀਕ ਹੈ, ਸਪੀਕਿੰਗ ਦੀ, ਤੇ ਵਿੱਚ ਮੈਂ ਟਾਸਕ 2 ਦੀ ਗੱਲ ਕਰਦਾ। ਕਹਿਣ ਦਾ ਮਤਲਬ ਇਹ ਹੈਗਾ, ਮੈਂ ਪਹਿਲਾਂ ਸਪੀਕਿੰਗ ਦੀ ਗੱਲ ਕਰ ਰਿਹਾ ਸੀ, ਫਿਰ ਮੈਂ ਟਾਸਕ 2 ਐਕਸਪਲੇਨ ਕਰਨ ਲੱਗ ਗਿਆ, ਫਿਰ ਮੈਂ ਟਾਸਕ 1 ਆਪ ਸਪੀਕਿੰਗ ਦੀ ਗੱਲ ਕਰਨ ਲੱਗ ਗਿਆ, ਠੀਕ ਹੈ। ਤਾਂ ਇਹਦਾ ਮਤਲਬ ਕਿ ਉਹ ਲਿੰਕ ਨਹੀਂ ਹੈਗੀ ਚੀਜ਼, ਠੀਕ ਹੈ। ਤੇ ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂਗੇ ਉਹ ਇੱਕ ਹੁੰਦਾ ਕਿ ਰੈਪਰਜੈਂਟੇਸ਼ਨ, ਹੈ ਨਾ, ਆਪਾਂ ਨੂੰ ਉਹ ਆਉਣੀ ਚਾਹੀਦੀ ਹੈ। ਜੇ ਆਪਾਂ ਕੋਈ ਪਹਿਲਾਂ ਗੱਲ ਕੀਤੀ ਹੈਗੀ, ਠੀਕ ਹੈ, ਤਾਂ ਨੈਕਸਟ ਪੁਆਇੰਟ ਹੈਗਾ ਉਹਦੇ ਨਾਲ ਹੀ ਰਿਲੇਟਡ ਹੋਵੇ, ਠੀਕ ਹੈ। ਸੋ ਦਿਸ ਇਜ਼ ਆਵਰ ਸੈਕਿੰਡ ਪੁਆਇੰਟ ਵੀ ਆਪਾਂ ਕੀ ਹੈਗਾ ਪ੍ਰੋਪਰ ਲਿੰਕ ਬਣਾ ਕੇ ਆਪਣੇ ਜਿਹੜੇ ਪੁਆਇੰਟਸ ਲਿਖਣੇ ਹੈਗੇ। ਜੇ ਇੱਕ ਪੁਆਇੰਟ ਹੈਗਾ ਜਿਹੜਾ ਆਪਾਂ ਜੇ ਖਤਮ ਕਰਤਾ ਉੱਥੇ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਅਗਲੇ ਪੁਆਇੰਟ ਤੋਂ ਬਾਅਦ ਫਿਰ ਪਹਿਲਾਂ ਵਾਲੀ ਗੱਲ ਚੱਕ ਲਈਏ, ਠੀਕ ਹੈ। ਬਹੁਤ ਵਾਰ ਸਟੂਡੈਂਟ ਕਰਦੇ ਹੈਗੇ ਵੀ ਇੱਕ ਪੁਆਇੰਟ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰਤਾ, ਦੈਟਸ ਡਨ, ਖਤਮ ਹੋ ਗਿਆ, ਐਂਡ ਆਪਾਂ ਸੈਕਿੰਡ ਪੁਆਇੰਟ ਸ਼ੁਰੂ ਕਰਤਾ, ਬਟ ਫਿਰ ਆਪਾਂ ਫਸਟ ਦੀ ਕਈ ਵਾਰ ਗੱਲ ਚੱਕ ਲੈਂਦੇ ਆਪਾਂ, ਠੀਕ ਹੈ। ਸੋ ਇਹ ਜਿਹੜਾ ਹੁੰਦਾ ਹੈਗਾ ਕੋਹਰੈਂਸ ਐਂਡ ਕੋਹੈਜ਼ਨ ਹੁੰਦਾ ਹੈਗਾ, ਆਪਾਂ ਜਿਹੜੇ ਪੁਆਇੰਟ 'ਤੇ ਹੈਗੇ ਆਪਾਂ ਉਸੇ ਪੁਆਇੰਟ 'ਤੇ ਹੀ ਰਹਿਣਾ ਹੈਗਾ, ਠੀਕ ਹੈ। ਸੋ ਇਹ ਚੀਜ਼ ਦਾ ਆਪਾਂ ਥੋੜ੍ਹਾ ਧਿਆਨ ਰੱਖਾਂਗੇ ਵੀ ਪੂਰਾ ਆਪਣਾ ਕੀ ਲਿੰਕਡ ਹੋਵੇ ਸਾਰਾ ਕੁਛ, ਠੀਕ ਹੈ, ਪੂਰਾ ਕਨੈਕਟ ਹੋਵੇ, ਇੱਕ ਲੈ ਦੇ ਵਿੱਚ ਚੱਲਦਾ ਹੋਵੇ, ਰੈਪਰਜੈਂਟੇਸ਼ਨ ਹੋਵੇ ਉਹਦੇ ਵਿੱਚ, ਠੀਕ ਹੈ। ਦਿਸ ਇਜ਼ ਆਵਰ ਸੈਕਿੰਡ ਪੁਆਇੰਟ, 25% ਵੇਟੇਜ ਇਹੀ ਰੱਖਦਾ ਹੈਗਾ। ਐਂਡ ਨਾਓ ਦ ਥਰਡ ਵਨ ਇਜ਼ ਇਹ ਹੈਗਾ ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ। ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ ਮੀਨਸ ਵੀ ਤੁਸੀਂ ਕਿੰਨੇ ਕੁ ਜਿਹੜੇ ਆਪਣੇ ਜਿਹੜੀ ਵੀ ਚੀਜ਼ ਤੁਸੀਂ ਲਿਖ ਰਹੇ ਹੋਗੇ, ਸੈਂਟੈਂਸ ਹੈਗੇ, ਉਹਦੀ ਫੋਰਮੇਸ਼ਨ ਹੋ ਗਈ ਜਾਂ ਫਿਰ, ਠੀਕ ਹੈ, ਵੀ ਉਹ ਕਲੀਅਰ ਕੱਟ ਤੁਹਾਨੂੰ ਮਤਲਬ ਵੀ ਉਹ ਐਗਜ਼ਾਮੀਨਰ ਨੂੰ ਸਮਝ ਆ ਰਹੀ ਹੈਗੀ। ਦੇਖੋ ਇੱਕ ਜਿਹੜੀ ਮੇਨ ਗੱਲ ਇਹ ਹੁੰਦੀ ਹੈਗੀ ਵੀ ਐਗਜ਼ਾਮੀਨਰ ਨੂੰ ਪਹਿਲੀ ਵਾਰ ਦੇ ਵਿੱਚ ਜਦੋਂ ਸਮਝ ਆਏ ਤਾਂ ਬੈਂਡ ਸਕੋਰ ਉਦੋਂ ਹੀ ਮਿਲਦਾ। ਈਵਨ ਇਨ ਸਪੀਕਿੰਗ 'ਚ ਪਹਿਲੀ ਵਾਰ 'ਚ ਤੁਹਾਡਾ ਆਨਸਰ ਕਲੀਅਰ ਕੱਟ ਉਹਨੂੰ ਐਗਜ਼ਾਮੀਨਰ ਨੂੰ ਦੇਖ ਰਿਹਾ ਹੈਗਾ, ਤਾਂ ਇਹਦਾ ਮਤਲਬ ਇਹ ਹੈ ਵੀ ਉਹ ਬੈਂਡ ਸਕੋਰ ਨਾਲ ਦੀ ਨਾਲ ਹੀ ਕਰ ਦਿੰਦਾ। ਟਰਾਈ ਕਰੋ ਵੀ ਉਹਨੂੰ ਇੰਨਾ ਵਧੀਆ ਲਿਖੋ, ਇੰਨਾ ਕਲੀਅਰ ਲਿਖੋ ਵੀ ਐਗਜ਼ਾਮੀਨਰ ਨੂੰ ਦੂਜੀ ਵਾਰ ਪੜ੍ਹਨ ਦੀ ਲੋੜ ਨਾ ਪਵੇ, ਠੀਕ ਹੈ। ਸੋ ਇਹੀ ਹੁੰਦਾ ਹੈਗਾ ਤੁਹਾਡੀ ਸੈਂਟੈਂਸ ਫੋਰਮੇਸ਼ਨ ਜੇ ਪ੍ਰੋਪਰ ਹੈਗੀ, ਠੀਕ ਹੈ, ਐਕੂਰੇਟ ਹੈਗਾ, ਸਾਰਾ ਕੁਛ ਕਲੀਅਰ, ਉਹਨੂੰ ਕਲੀਅਰ ਸਮਝ ਆ ਰਿਹਾ ਹੈਗਾ, ਸੋ ਦੈਟ ਮੀਨਸ ਵੀ ਬੈਂਡ ਸਕੋਰ ਉਹ ਕਿਉਂ ਨਾ ਦਊਗਾ, ਠੀਕ ਹੈ। ਤੇ ਤੀਜਾ ਪੁਆਇੰਟ ਆਪਣਾ ਇਹ ਸੀਗਾ ਗ੍ਰਾਮੈਟੀਕਲ ਰੇਂਜ ਐਂਡ ਐਕਿਊਰੇਸੀ, ਠੀਕ ਹੈ। ਨਾਓ ਲੈਟਸ ਮੂਵ ਟੂ ਦਾ ਫੋਰਥ ਪੁਆਇੰਟ। ਚੌਥਾ ਪੁਆਇੰਟ ਹੁਣ ਕੀ ਹੈਗਾ? ਲੈਕਸੀਕਲ ਰਿਸੋਰਸਿਸ। ਲੈਕਸੀਕਲ ਰਿਸੋਰਸਿਸ ਮੀਨਸ ਆਪਾਂ ਉਹੀ ਕਹਿ ਦਿੰਦੇ ਹਾਂ ਵੋਕੈਬ ਪਹਿਲੀ ਗੱਲ ਹੈ, ਕੋਈ ਵਰਡ ਨਹੀਂ ਹੈਗਾ, ਠੀਕ ਹੈ। ਵੋਕੈਬਲਰੀ ਹੈ ਜਿਹੜਾ ਉਹ ਹੈਗਾ ਵਰਡ, ਠੀਕ ਹੈ। ਸੋ ਵੋਕੈਬਲਰੀ ਮੀਨਸ ਆਪਾਂ ਸਿੰਪਲ ਕਲੀਅਰ ਤਾਂ ਲਿਖਣਾ ਹੀ ਲਿਖਣਾ ਹੈਗਾ, ਕਲੀਅਰ ਤਾਂ ਲਿਖਾਂਗੇ, ਬਟ ਹਾਂ ਆਪਾਂ ਜਿਹੜਾ ਆਪਣਾ ਜਰਨਲ ਲਾਈਨ ਹੈਗੀ ਜਾਂ ਜਿਵੇਂ ਵੀ ਸਟੇਟਮੈਂਟ ਹੈਗੇ ਉਹਨੂੰ ਪੜ੍ਹ ਕੇ ਉਹਦਾ ਪ੍ਰੋਪਰ ਆਪਾਂ ਪੈਰਾਫਰੇਜ਼ ਕਰਕੇ ਉਹਦੇ ਸਿਨੋਨਿਮ ਯੂਜ਼ ਕਰਾਂਗੇ ਨਾ, ਦੈਟ ਇਜ਼ ਕਾਲਡ ਪੈਰਾਫਰੇਜ਼ਿੰਗ। ਤੇ ਉਹੀ ਹੁੰਦਾ ਆਪਾਂ ਜਿਹੜੀ ਵੋਕੈਬਲਰੀ ਯੂਜ਼ ਕਰਦੇ ਹਾਂ ਇੱਕ ਉਹ, ਤੇ ਦੂਜੀ ਗੱਲ ਇਹ ਆਪਾਂ ਨੂੰ ਐਕੂਰੇਟਲੀ ਯੂਜ਼ ਕਰ ਰਹੇ ਹਾਂ ਕਿ ਨਹੀਂ,
ਠੀਕ ਹੈ। ਸੋ ਵੀ ਹੈਵ ਟੂ ਟੇਕ ਕੇਅਰ ਆਫ ਦਿਸ ਥਿੰਗ ਐਂਡ ਇਹੀ ਜਿਹੜਾ ਹੈਗਾ ਸੀ ਆਪਣਾ 4th ਪੁਆਇੰਟ ਸੀਗਾ, ਆਪਣੀ ਵੋਕੈਬਲਰੀ ਹੈਗੀ ਪੂਰੀ ਆਪਾਂ ਵਧੀਆ ਯੂਜ਼ ਕਰਨੀ ਹੈਗੀ, ਠੀਕ ਹੈ। ਵੋਕੈਬਲਰੀ ਦੀ ਵੀਡੀਓਜ਼ ਵੀ ਆਲਰੇਡੀ ਹੈਗੀਆਂ ਐਂਡ ਦਿਸ ਇਜ਼ ਐਕਚੁਅਲੀ ਯੂ ਨੋ ਦਾ ਐਕਚੁਅਲੀ ਇਹ ਜਿਹੜੀਆਂ 4 ਚੀਜ਼ਾਂ ਮੈਂ ਪਹਿਲਾਂ ਦੱਸਣਾ ਚਾਹੁੰਦਾ ਸੀਗਾ, ਬਟ ਇਹ ਮੇਰੀ ਜਿਹੜੀ ਹੈਗੀ ਆ ਕੋਹਰੈਂਸ ਕੋਈ ਨਹੀਂ ਹੋਈ ਵੀ ਮੈਂ ਐਪੀਸੋਡ ਪਹਿਲਾਂ ਜਿਹੜਾ ਸੀਗਾ ਫਸਟ ਐਪੀਸੋਡ ਆਲਰੇਡੀ ਅਪਲੋਡ ਕਰ ਚੁੱਕਿਆ, ਮੈਮ ਦੀ ਵੀਡੀਓ ਆਈ ਹੋਈ ਹੈਗੀ, ਠੀਕ ਹੈ। ਅਤੇ ਇਹ ਮੇਰੀ ਥੋੜ੍ਹੀ ਇਹ ਸੀ ਕਿ ਮੈਂ ਪਹਿਲਾਂ ਇਹ ਵੀਡੀਓ ਪਹਿਲਾਂ ਅਪਲੋਡ ਕਰਨੀ ਚਾਹੀਦੀ ਸੀ, ਅਤੇ ਲਿੰਕ ਡਿਸਕ੍ਰਿਪਸ਼ਨ 'ਚ ਹੈਗਾ ਆਪਣੇ ਫਸਟ ਐਪੀਸੋਡ ਦਾ, ਜਿਹਦੇ ਵਿੱਚ ਆਪਾਂ ਡਬਲ ਆਈਡੀਆ ਵਾਲਾ ਐਸੇ ਮੈਂ ਵੀ ਡਿਸਕਸ ਕੀਤਾ ਹੈਗਾ, ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਵੀਡੀਓਜ਼ ਕੀ ਹੈ ਕੰਟੀਨਿਊਸਲੀ ਆਉਣਗੀਆਂ। ਥੈਂਕ ਯੂ ਸੋ ਮਚ ਫॉर योर ਲਵ ਐਂਡ ਪਲੀਜ਼ ਸਪੋਰਟ ਮਾਈ ਚੈਨਲ ਇਫ ਯੂ ਆਰ ਨਿਊ ਐਂਡ ਆਈ ਹੋਪ ਪੁਰਾਣੀ ਵੀਡੀਓਜ਼ ਵੀ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਕਿਊ ਕਾਰਡਸ ਦਾ ਇਹ ਗੱਲ ਸੀਗੀ ਵੀ ਮੈਨੂੰ ਐਸੀ ਕਾਹਲੀ ਸੀਗੀ ਵੀ ਇੱਕ ਵਾਰ ਆਈਡੀਆਜ਼ ਮੈਂ ਅਪਲੋਡ ਕਰਦਾ, ਕਿਉਂਕਿ ਜਿਨ੍ਹਾਂ ਦਾ 7 ਦਾ ਐਗਜ਼ਾਮ ਸੀਗਾ ਮੈਨੂੰ ਇਹ ਚੀਜ਼ ਸੀਗੀ ਵੀ ਉਹਨਾਂ ਨੂੰ ਐਕਚੁਅਲੀ ਆਈਡੀਆਜ਼ ਤਾਂ ਮਿਲ ਜਾਣਗੇ, ਕੁਛ ਕਹਿ ਰਹੇ ਆਈਡੀਆਜ਼ ਔਖੇ ਹੈਗੇ, ਤੇ ਕੋਈ ਗੱਲ ਨਹੀਂ, ਮੈਂ ਨਵੇਂ ਫੇਰ ਪਾਊਂਗਾ ਕਿਊ ਕਾਰਡਸ ਐਂਡ ਦਿਸ ਟਾਈਮ ਪਲੱਸ ਸਟੋਰੀ ਹੈ ਨਾ, ਸੈਂਪਲ ਜਿਹੜਾ ਸੈਕਿੰਡ ਸੈਂਪਲ ਉਹ ਵੀ ਪਾਊਂਗਾ, ਪਲੱਸ ਸਟੋਰੀ ਵੀ ਨਾਲ ਹੋਊਗੀ। ਓਕੇ, ਸੋ ਸਟੇ ਟਿਊਨਡ ਐਂਡ ਨਿਊ ਵੀਡੀਓਜ਼ ਆਰ ਕਮਿੰਗ, ਪਾਰਟ 4 ਜਿਹੜੇ ਵੀ ਹੈਗੇ ਨੇ ਆਪਣੇ ਟਾਸਕ 2 ਦੇ ਹੁਣ ਰੈਗੂਲਰ ਆਉਣਗੇ ਐਂਡ ਥੈਂਕ ਯੂ ਫॉर योर ਸਪੋਰਟ।